ਅੱਜ ਆਓ ਅਸੀਂ ਰਾਜਾ ਦਾਊਦ ਅਤੇ ਮਸੀਹ ਅਨਸਾਉਂਗ ਜੀ ਇਸ ਵਿਸ਼ੇ ਦੇ ਤਹਿਤ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਯਹੂਨਾ ਅਧਿਆਇ 5 ਵਚਨ 39 ਵਿੱਚ ਇਹ ਕਿਹਾ ਗਿਆ ਹੈ ਕਿ ਬਾਈਬਲ ਪਰਮੇਸ਼ਵਰ ਦੀ ਗਵਾਹੀ ਦਿੰਦੀ ਹੈ ਨਾ? ਬਾਈਬਲ ਵਿੱਚ ਪਰਮੇਸ਼ਵਰ ਦੇ ਬਾਰੇ ਜੋ ਸਰੀਰ ਵਿੱਚ ਆਏ ਬਹੁਤ ਸਾਰੀਆਂ ਗਵਾਹੀਆਂ ਹਨ। ਅੱਜ ਦਾਊਦ ਦੇ ਜੀਵਨ ਦੇ ਦੁਆਰਾ ਆਓ ਅਸੀਂ ਮਸੀਹ ਅਨਸਾਉਂਗ ਜੀ ਦੇ ਬਾਰੇ ਅਧਿਐਨ ਕਰਨ ਦਾ ਕੁਝ ਸਮਾਂ ਲਈਏ ਜੋ ਧਰਤੀ ਉੱਤੇ ਆਏ। ਆਓ ਅਸੀਂ ਯਸ਼ਾਇਆ ਅਧਿਆਇ 9 ਵਚਨ 6 ਦੇਖੀਏ। ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਇੱਥੇ ਦਰਜ ਕੀਤਾ ਗਿਆ ਬਾਲਕ ਕਿਸ ਨੂੰ ਦਰਸਾਉਂਦਾ ਹੈ? ਆਓ ਅਸੀਂ ਯਸ਼ਾਇਆ ਅਧਿਆਇ 9 ਵਚਨ 1 ਦੇਖੀਏ। ਪਰ ਉਹਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਹਨੇ ਜਬਲੂਨ ਦੀ ਧਰਤੀ ਅਤੇ ਨਫਤਾਲੀ ਦੀ ਧਰਤੀ ਨੂੰ ਤੁੱਛ ਕੀਤਾ, ਪਰ ਆਖਰੀ ਸਮੇਂ ਵਿੱਚ ਉਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੋਮਾ ਦੇ ਗਲੀਲ ਨੂੰ ਪ੍ਰਤਾਪਵਾਨ ਕਰੇਗਾ। ਜਿਹੜੇ ਲੋਕ ਹਨੇਰੇ ਵਿੱਚ ਚੱਲਦੇ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਏ ਦੇ ਦੇਸ਼ ਵਿੱਚ ਵਸਦੇ ਸਨ ਉਹਨਾਂ ਉੱਤੇ ਚਾਨਣ ਚਮਕਿਆ। ਗਲੀਲ ਨੂੰ ਵਡਿਆਈ ਦੇਣ ਵਾਲਾ ਬਾਲਕ ਕਿਸ ਨੂੰ ਦਰਸਾਉਂਦਾ ਹੈ? ਯੀਸ਼ੂ ਦੇ ਜਨਮ ਤੋਂ 700 ਸਾਲ ਪਹਿਲਾਂ ਨਬੀ ਯਸ਼ਾਇਆ ਨੇ ਯੀਸ਼ੂ ਮਸੀਹ ਦਾ ਵਰਣਨ ਕੀਤਾ ਜੋ ਗਲੀਲ ਦੇ ਨਾਸਰਤ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨਗੇ। ਹਾਲਾਂਕਿ ਇਹ ਕਹਿੰਦਾ ਹੈ ਕਿ ਬਾਲਕ ਇੱਕ ਪੁੱਤਰ ਜੰਮਿਆ, ਪਰ ਜਦੋਂ ਅਸੀਂ ਉਸਦੇ ਸਿਰਲੇਖਾਂ ਦੇ ਨਜ਼ਰ ਮਾਰਦੇ ਹਾਂ ਤਾਂ ਉਹ ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ ਸੀ। ਬਾਈਬਲ ਗਵਾਹੀ ਦਿੰਦੀ ਹੈ ਕਿ ਪਿਤਾ ਇੱਕ ਬਾਲਕ ਦੇ ਰੂਪ ਵਿੱਚ ਅਤੇ ਪੁੱਤਰ ਦੇ ਰੂਪ ਵਿੱਚ ਧਰਤੀ ਉੱਤੇ ਆਏ। ਇਹ ਯੀਸ਼ੂ ਮਸੀਹ ਦੇ ਬਾਰੇ ਇੱਕ ਭਵਿੱਖਬਾਣੀ ਹੈ ਜੋ 2000 ਸਾਲ ਪਹਿਲਾਂ ਧਰਤੀ ਉੱਤੇ ਆਏ ਸੀ ਅਤੇ ਸਲੀਬ ਚੁੱਕ ਕੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਦਾ ਪ੍ਰਾਇਸ਼ਚਿਤ ਕੀਤਾ, ਹੈ ਨਾ? ਇੱਥੇ ਇਹ ਕਹਿੰਦਾ ਹੈ ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਵਚਨ 7 ਵਿੱਚ ਨਬੀ ਯਸ਼ਾਇਆ ਨੇ ਸਰੀਰ ਵਿੱਚ ਆਏ ਪਰਮੇਸ਼ਵਰ ਦੇ ਬਾਰੇ ਜ਼ਿਆਦਾ ਵਿਸਤਾਰ ਨਾਲ ਵੇਰਵਾ ਛੱਡਿਆ ਹੈ। ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ ਅਤੇ ਕਿਸ ਦੀ ਰਾਜਗੱਦੀ? ਦਾਊਦ ਦੀ ਰਾਜਗੱਦੀ ਉੱਤੇ। ਉਸ ਨੂੰ ਹੁਣ ਤੋਂ ਜੁਗੋ ਜੁਗ ਸੰਭਾਲੇ। ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ, ਸ਼ਕਤੀਮਾਨ ਪਰਮੇਸ਼ਵਰ ਇੱਕ ਬਾਲਕ ਦੇ ਰੂਪ ਵਿੱਚ ਅਤੇ ਇੱਕ ਪੁੱਤਰ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ। ਜਦੋਂ ਉਹ ਧਰਤੀ ਉੱਤੇ ਆਉਂਦੇ ਹਨ ਤਾਂ ਉਹ ਦਾਊਦ ਦੇ ਸਿੰਹਾਸਨ ਉੱਤੇ ਰਾਜ ਕਰਨਗੇ। ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਦਾਊਦ ਦਾ ਸਿੰਹਾਸਨ ਦਿੱਤਾ ਜਾਵੇਗਾ। ਦਾਊਦ ਦੀ ਰਾਜਗੱਦੀ ਉੱਤੇ ਅਤੇ ਉਹਦੀ ਪਾਤਸ਼ਾਹੀ ਉੱਤੇ ਭਾਈ ਉਹ ਉਸ ਨੂੰ ਕਾਇਮ ਕਰੇ ਅਤੇ ਨਿਆਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁਗੋ ਜੁਗ ਸੰਭਾਲੇ। ਫਿਰ ਕੀ ਇਹ ਬਿਨਾਂ ਅਸਫਲ ਹੋਏ ਪੂਰਾ ਨਹੀਂ ਹੋਣਾ ਚਾਹੀਦਾ? ਨਬੀ ਯਸ਼ਾਇਆ ਨੇ ਸਾਨੂੰ ਜਾਣਨ ਦਿੱਤਾ ਕਿ ਯੀਸ਼ੂ ਮਸੀਹ ਜੋ ਸਰੀਰ ਵਿੱਚ ਧਰਤੀ ਉੱਤੇ ਆਏ ਸੀ ਉਹ ਪਰਮੇਸ਼ਵਰ ਸੀ ਜੋ ਦਾਊਦ ਦੇ ਸਿੰਹਾਸਨ ਉੱਤੇ ਰਾਜ ਕਰਦੇ ਹੋਏ ਨਿਆਂ ਅਤੇ ਧਰਮ ਨਾਲ ਖੁਸ਼ਖਬਰੀ ਦੇ ਰਾਜ ਨੂੰ ਸੰਭਾਲਦੇ ਹਨ। ਹਾਲਾਂਕਿ ਖੁਸ਼ਖਬਰੀ ਦੇ ਇਸ ਰਾਜ ਨੂੰ ਸ਼ੈਤਾਨ ਦੁਆਰਾ ਰੋਣ ਦਿੱਤਾ ਗਿਆ ਸੀ। ਤੀਸਰੀ ਅਤੇ ਚੌਥੀ ਸ਼ਤਾਬਦੀ ਵਿੱਚ ਅਤੇ ਹਨੇਰੇ ਨਾਲ ਭਰੇ ਯੁੱਗ ਵਿੱਚ ਸ਼ੈਤਾਨ ਨੇ ਇੱਕ ਇੱਕ ਕਰਕੇ ਨਵੇਂ ਨੇਮ ਦੀ ਵਿਵਸਥਾ ਦੀ ਰੀਤੀ ਨੂੰ ਨਸ਼ਟ ਕਰ ਦਿੱਤਾ ਜਿਸ ਨੂੰ ਪਰਮੇਸ਼ਵਰ ਨੇ ਸਥਾਪਿਤ ਕੀਤਾ ਸੀ। ਸਬਤ ਗਾਇਬ ਹੋ ਗਿਆ ਅਤੇ ਪਸਾ ਨੂੰ ਮਿਟਾ ਦਿੱਤਾ ਗਿਆ। ਉਹਨਾਂ ਨੇ ਗਾਇਬ ਹੋਣ ਤੋਂ ਬਾਅਦ ਉਸ ਦੀ ਜਗ੍ਹਾ ਤੇ ਕੀ ਸਥਾਪਿਤ ਕੀਤਾ ਗਿਆ? ਝੂਠ ਸਥਾਪਿਤ ਹੋਣ ਲੱਗ ਪਿਆ। ਸਬਤ ਦੀ ਬਜਾਏ ਐਤਵਾਰ ਦੀ ਆਰਾਧਨਾ ਮਨਾਈ ਗਈ ਅਤੇ ਪਸਾ ਦੀ ਬਜਾਏ ਕ੍ਰਿਸਮਸ। ਫਿਰ ਕੀ ਇਸ ਤਰ੍ਹਾਂ ਦਾ ਆਤਮਿਕ ਹਨੇਰਾ ਹਮੇਸ਼ਾ ਲਈ ਜਾਰੀ ਰਿਹਾ? ਰਸੂਲਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਚੇਲਿਆਂ ਦਾ ਇੱਕ ਯੁੱਗ ਸੀ ਅਤੇ ਉਹਨਾਂ ਦੇ ਬਾਅਦ ਕੁਝ ਹੋਰ ਪੀੜ੍ਹੀਆਂ ਲੰਘ ਗਈਆਂ
ਆਖਰਕਾਰ ਚੌਥੀ ਸ਼ਤਾਬਦੀ ਵਿੱਚ ਇਹ ਸਾਰੀਆਂ ਸੱਚਾਈਆਂ ਗਾਇਬ ਹੋ ਗਈਆਂ। ਹਰ ਤਰ੍ਹਾਂ ਦੀਆਂ ਸਿੱਖਿਆਵਾਂ ਜੋ ਯੀਸ਼ੂ ਮਸੀਹ ਨੇ ਕਦੀ ਨਹੀਂ ਸਿਖਾਈਆਂ ਸੀ, ਚਰਚ ਵਿੱਚ ਸ਼ੁਰੂ ਹੋਣ ਲੱਗ ਪਈਆਂ। ਇਸ ਸਥਿਤੀ ਦੇ ਬਾਰੇ ਨਬੀ ਦਾਨੀਏਲ ਨੇ ਲਿਖਿਆ, ਦੁਸ਼ਟ ਸ਼ੈਤਾਨ ਪਰਮੇਸ਼ਵਰ ਦੇ ਮੁਕਰਰ ਸਮੇਂ ਅਤੇ ਵਿਵਸਥਾ ਨੂੰ ਬਦਲ ਦੇਵੇਗਾ। ਰਸੂਲ ਪੌਲੁਸ ਨੇ ਗਲਾਤੀਆਂ ਅਧਿਆਇ 1 ਵਿੱਚ ਇਸ ਮਾਮਲੇ ਦੇ ਬਾਰੇ ਬਹੁਤ ਸਖਤ ਚੇਤਾਵਨੀ ਦਿੱਤੀ। ਬ੍ਰਹਮੰਡ ਦੇ ਰਾਜਾ ਪਰਮੇਸ਼ਵਰ ਜੀ ਇੱਕ ਬਾਲਕ ਅਤੇ ਇੱਕ ਪੁੱਤਰ ਦੇ ਰੂਪ ਵਿੱਚ ਸਰੀਰ ਵਿੱਚ ਇਸ ਧਰਤੀ ਉੱਤੇ ਆਏ ਸੀ। ਉਹਨਾਂ ਦੁਆਰਾ ਸਥਾਪਿਤ ਜੀਵਨ ਦੀ ਸੱਚਾਈ ਦੀ ਵਿਵਸਥਾ ਨੂੰ ਨਸ਼ਟ ਨਾ ਕਰੋ। ਉਸਨੇ ਕਿਹਾ, ਇਹ ਨੇਮਾਂ ਦੀ ਨੇਮ ਹਨ ਜੋ ਕਦੀ ਵੀ ਗਾਇਬ ਨਹੀਂ ਹੋ ਸਕਦੇ, ਕਿਉਂਕਿ ਖੁਦ ਪਰਮੇਸ਼ਵਰ ਨੇ ਇਹਨਾਂ ਨੂੰ ਸਾਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਲੈ ਕੇ ਜਾਣ ਲਈ ਸਥਾਪਿਤ ਕੀਤਾ ਹੈ। ਇਸ ਕਾਰਨ ਪਰਮੇਸ਼ਵਰ ਨੇ ਇਸ ਨੂੰ ਸਦਾ ਦਾ ਨਾਮ ਵੀ ਦਿੱਤਾ ਹੈ ਨਾ। ਪਰਮੇਸ਼ਵਰ ਦੀ ਚੇਤਾਵਨੀ ਦੇ ਬਾਵਜੂਦ ਝੂਠੇ ਸਿਧਾਂਤ ਚਰਚਾਂ ਵਿੱਚ ਘੁਸਪੈਠ ਕਰਨ ਲੱਗੇ। ਆਓ ਅਸੀਂ ਗਲਾਤੀਆਂ ਅਧਿਆਇ 1 ਵੇਖੀਏ। ਗਲਾਤੀਆਂ ਅਧਿਆਇ 1 ਵਚਨ 6। ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਇੰਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਦੀ ਵੱਲ ਝੁਕਦੇ ਜਾਂਦੇ ਹੋ। ਪਰਮੇਸ਼ਵਰ ਨੇ ਧਰਤੀ ਉੱਤੇ ਸਰੀਰ ਵਿੱਚ ਆ ਕੇ ਬ੍ਰਹਮੰਡ ਵਿੱਚ ਸਭ ਤੋਂ ਸਿੱਧ ਸੱਚਾਈ ਸਥਾਪਿਤ ਕੀਤੀ, ਪਰ ਮਨੁੱਖ ਦੇ ਵਿਚਾਰਾਂ ਦੁਆਰਾ ਸਿੱਧ ਸੱਚਾਈ ਨੂੰ ਬਦਲ ਦਿੱਤਾ ਗਿਆ। ਵਚਨ 7। ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰੰਤੂ ਕਈ ਕੁ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਹਨ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਕੀ ਹੋਵੇ? ਤਾਂ ਉਹ ਸ਼ਰਾਪਤ ਹੋਵੇ। ਪਰਮੇਸ਼ਵਰ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਜੋ ਲੋਕ ਖੁਸ਼ਖਬਰੀ ਨੂੰ ਖਰਾਬ ਕਰਨਗੇ ਉਹ ਪੱਕੀ ਤਰ੍ਹਾਂ ਸ਼ਰਾਪਿਤ ਹੋਣਗੇ। ਭਾਵੇਂ ਬਾਈਬਲ ਵਿੱਚ ਸਿੱਖਿਆਵਾਂ ਤੇ ਚੇਤਾਵਨੀਆਂ ਸੀ, ਪਰ ਸੱਚਾਈ ਬਦਲਣ ਲੱਗੀ। ਆਖਰਕਾਰ ਸੱਚਾਈ ਦੀ ਵਿਵਸਥਾ ਜੋ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਚਾਉਣ ਲਈ ਸਥਾਪਿਤ ਕੀਤੀ ਸੀ, ਧਰਤੀ ਤੋਂ ਗਾਇਬ ਹੋ ਗਈ। ਪਰਮੇਸ਼ਵਰ ਜੋ ਆਦ ਤੋਂ ਅੰਤ ਵੇਖਦੇ ਹਨ, ਉਹਨਾਂ ਨੇ ਪਹਿਲਾਂ ਤੋਂ ਵੇਖਿਆ ਕਿ ਜੀਵਨ ਦੀ ਸੱਚਾਈ ਜਿਸ ਨੂੰ ਉਹਨਾਂ ਨੇ ਆਪਣੇ ਪਹਿਲੀ ਵਾਰ ਆਉਣ ਤੇ ਸਥਾਪਿਤ ਕੀਤਾ ਸੀ, ਸ਼ੈਤਾਨ ਦੁਆਰਾ ਨਸ਼ਟ ਕਰ ਦਿੱਤਾ ਜਾਵੇਗਾ। ਇਸ ਕਰਕੇ ਪਰਮੇਸ਼ਵਰ ਨੇ ਇਬਰਾਨੀਓ ਅਧਿਆਇ 9 ਵਿੱਚ ਵਾਅਦਾ ਕੀਤਾ ਕਿ ਉਹ ਦੂਸਰੀ ਵਾਰ ਉਹਨਾਂ ਲੋਕਾਂ ਲਈ ਪ੍ਰਗਟ ਹੋਣਗੇ ਜੋ ਉਹਨਾਂ ਦੀ ਉਡੀਕ ਕਰ ਰਹੇ ਹਨ। ਆਓ ਅਸੀਂ ਯਿਰਮੀਆ ਅਧਿਆਇ 30 ਵਚਨ 8 ਉੱਤੇ ਜਾਈਏ। ਉਸ ਦਿਨ ਇਹ ਹੋਵੇਗਾ, ਸੈਨਾ ਦੇ ਯਹੋਵਾ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੇ ਉਹਦਾ ਜੁੱਲਾ ਭੰਨ ਸੁੱਟਾਂਗਾ, ਮੈਂ ਤੇਰੇ ਬੰਧਨ ਖੋਲ ਦਿਆਂਗਾ ਅਤੇ ਉਪਰੇ ਫਿਰ ਉਹਦੇ ਕੋਲ ਟਹਿਲ ਨਾ ਕਰਾਉਣਗੇ। ਪਰ ਉਹ ਯਹੋਵਾ ਆਪਣੇ ਪਰਮੇਸ਼ਵਰ ਦੀ ਅਤੇ ਕਿਸ ਦੀ ਟਹਿਲ ਕਰਨਗੇ? ਦਾਊਦ ਆਪਣੇ ਪਾਤਸ਼ਾਹ ਦੀ, ਜਿਹਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ, ਟਹਿਲ ਕਰਨਗੇ। ਯਿਰਮੀਆ ਨੇ ਰਾਜਾ ਦਾਊਦ ਦੀ ਮੌਤ ਤੋਂ ਕਾਫੀ ਲੰਬੇ ਸਮੇਂ ਬਾਅਦ ਇਹ ਭਵਿੱਖਬਾਣੀ ਲਿਖੀ ਸੀ। ਇਹ ਕਹਿੰਦਾ ਹੈ, ਰਾਜਾ ਦਾਊਦ ਜਿਹਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ। ਇਹ ਅਤੀਤ ਦੀ ਘਟਨਾ ਨੂੰ ਨਹੀਂ, ਪਰ ਉਸ ਰਾਜਾ ਨੂੰ ਦਰਸਾਉਂਦਾ ਹੈ ਜਿਸ ਨੂੰ ਭਵਿੱਖ ਵਿੱਚ ਖੜਾ ਕੀਤਾ ਜਾਵੇਗਾ, ਹੈ ਨਾ। ਫਿਰ ਰਾਜਾ ਦਾਊਦ ਜਿਸ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ, ਉਹ ਸ਼ਾਰੀਰਿਕ ਦਾਊਦ ਨਹੀਂ ਜੋ ਇਜ਼ਰਾਈਲ ਦਾ ਦੂਸਰਾ ਰਾਜਾ ਸੀ, ਪਰ ਇੱਕ ਭਵਿੱਖ ਵਿੱਚ ਆਉਣ ਵਾਲੇ ਦਾਊਦ ਨੂੰ ਦਰਸਾਉਂਦਾ ਹੈ। ਯਸ਼ਾਇਆ ਅਧਿਆਇ 9 ਦੇ ਅਨੁਸਾਰ ਯੀਸ਼ੂ ਨੂੰ ਕਿਸ ਦੀ ਰਾਜਗੱਦੀ ਦਿੱਤੀ ਜਾਵੇਗੀ? ਇਹ ਪਹਿਲਾਂ ਤੋਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਦਾਊਦ ਦਾ ਸਿੰਘਾਸਨ ਪਰਮੇਸ਼ਵਰ ਨੂੰ ਦਿੱਤਾ ਜਾਵੇਗਾ, ਜੋ ਸਰੀਰ ਵਿੱਚ ਧਰਤੀ ਉੱਤੇ ਆਉਂਦੇ ਹਨ। ਫਿਰ ਕਿ ਯੀਸ਼ੂ ਨੇ ਦਾਊਦ ਦੇ ਸਿੰਘਾਸਨ ਦੇ ਬਾਰੇ ਸਾਰੀਆਂ ਭਵਿੱਖਬਾਣੀਆਂ ਨੂੰ ਆਪਣੇ ਪਹਿਲੀ ਵਾਰ ਆਉਣ ਤੇ ਪੂਰਾ ਕੀਤਾ ਸੀ। ਇਹ ਪੱਕਾ ਹੈ ਕਿ ਯੀਸ਼ੂ ਦਾਊਦ ਦੇ ਨਾਮ ਤੋਂ ਆਏ ਸੀ, ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਉਹ ਦਾਊਦ ਦੇ ਸਿੰਘਾਸਨ ਦੇ ਬਾਰੇ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤੇ ਬਿਨਾਂ ਸਵਰਗ ਚਲੇ ਗਏ। ਇਸ ਮਾਮਲੇ ਦੇ ਬਾਰੇ ਪਰਮੇਸ਼ਵਰ ਨੇ ਕਿਹਾ, ਆਖਰੀ ਦਿਨਾਂ ਵਿੱਚ ਮੈਂ ਤੁਹਾਡੇ ਲਈ ਰਾਜਾ ਦਾਊਦ ਨੂੰ ਦੁਬਾਰਾ ਖੜਾ ਕਰਾਂਗਾ। ਆਓ ਅਸੀਂ ਹੋਸ਼ਿਆ ਅਧਿਆਇ 3 ਵਚਨ 4 ਦੇ ਨਾਲ ਜਾਰੀ ਰੱਖੀਏ। ਇਹ ਇਜ਼ਰਾਈਲੀ ਵੀ ਬਹੁਤ ਦਿਨਾਂ ਤੱਕ ਬਿਨਾਂ ਪਾਤਸ਼ਾਹ ਤੇ ਸਰਦਾਰ ਦੇ, ਬਿਨਾਂ ਪੇਟ ਦੇ ਥੰਮ ਦੇ, ਬਿਨਾਂ ਇਫੋਦ ਦੇ, ਤਰਾਫੀਮ ਦੇ ਰਹਿਣਗੇ। ਇਹਦੇ ਮਗਰੋਂ ਇਜ਼ਰਾਈਲੀ ਮੁੜਨਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਅਤੇ ਕਿਸ ਨੂੰ? ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ।
ਅਤੇ ਆਖਰੀ ਦਿਨਾਂ ਵਿੱਚ ਯਹੋਵਾ ਅਤੇ ਉਹਦੀ ਭਲਾਈ ਵੱਲ ਭੈ ਮੰਨ ਕੇ ਮੁੜਨਗੇ। ਸਾਨੂੰ ਇਸ ਭਾਗ ਤੇ ਧਿਆਨ ਦੇਣ ਦੀ ਲੋੜ ਹੈ ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ ਅਤੇ ਆਖਰੀ ਦਿਨਾਂ ਵਿੱਚ ਯਹੋਵਾ ਅਤੇ ਉਹਦੀ ਭਲਾਈ ਵੱਲ ਭੈ ਮੰਨ ਕੇ ਮੁੜਨਗੇ। ਇਰਮੀਆ ਅਧਿਆਇ 30 ਵਿੱਚ ਇਹ ਲਿਖਿਆ ਹੈ, ਆਖਰੀ ਦਿਨਾਂ ਵਿੱਚ ਉਹ ਦਾਊਦ ਆਪਣੇ ਪਾਤਸ਼ਾਹ ਦੀ ਟਹਿਲ ਕਰਨਗੇ। ਇੱਥੇ ਨਬੀ ਹੋਸ਼ਿਆ ਨੇ ਵੀ ਪਰਮੇਸ਼ਵਰ ਦੇ ਅੰਤਮ ਲੋਕਾਂ ਦੇ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ, ਆਖਰੀ ਦਿਨਾਂ ਵਿੱਚ ਉਹ ਦਾਊਦ ਆਪਣੇ ਪਾਤਸ਼ਾਹ ਦੀ ਟਹਿਲ ਕਰਨਗੇ ਅਤੇ ਉਸ ਦੇ ਕੋਲ ਉਸ ਦੀ ਆਸ਼ੀਸ਼ ਲਈ ਭੈ ਮੰਨ ਕੇ ਮੁੜਨਗੇ। ਇੱਥੇ ਆਖਰੀ ਦਿਨ ਇਸ ਜਗਤ ਦੇ ਆਖਰੀ ਯੁੱਗ ਨੂੰ ਦਰਸਾਉਂਦਾ ਹੈ ਨਾ। ਫਿਰ ਇਸ ਅੰਤਿਮ ਯੁੱਗ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਿਰਫ ਦਾਊਦ ਕੋਲ ਭੈ ਮੰਨਦੇ ਹੋਏ ਆਉਣਾ ਚਾਹੀਦਾ ਹੈ। ਫਿਰ ਉਹ ਪਰਮੇਸ਼ਵਰ ਦੀ ਸੰਤਾਨ ਬਣ ਸਕਦੇ ਹਨ ਜੋ ਪਰਮੇਸ਼ਵਰ ਦੀ ਆਸ਼ੀਸ਼ ਕੋਲ ਆਉਂਦੇ ਹਨ, ਹੈ ਨਾ। ਸਾਨੂੰ ਇਹ ਸਪਸ਼ਟ ਰੂਪ ਨਾਲ ਜਾਣਨਾ ਚਾਹੀਦਾ ਹੈ ਕਿ ਦਾਊਦ ਕੌਣ ਹੈ। ਫਿਰ ਹੀ ਅਸੀਂ ਉਸ ਨੂੰ ਲੱਭ ਸਕਦੇ ਹਾਂ ਅਤੇ ਸਵੀਕਾਰ ਕਰ ਸਕਦੇ ਹਾਂ ਅਤੇ ਉਸ ਦੇ ਕੋਲ ਭੈ ਮੰਨਦੇ ਹੋਏ ਜਾ ਸਕਦੇ ਹਾਂ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 5 ਵਚਨ 1 ਉੱਤੇ ਨਜ਼ਰ ਪਾਈਏ। ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਸੀ, ਮੈਂ ਉਹਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ 7 ਮੋਹਰਾਂ ਨਾਲ ਬੰਦ ਕੀਤੀ ਹੋਈ ਸੀ। ਅਤੇ ਮੈਂ ਇੱਕ ਬਲੀ ਦੂਤ ਨੂੰ ਵੱਡੀ ਆਵਾਜ਼ ਨਾਲ ਇਹ ਪ੍ਰਚਾਰ ਕਰਦੇ ਵੇਖਿਆ, ਭਾਈ ਪੋਥੀ ਨੂੰ ਖੋਲਣ ਅਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਜੋ ਕੌਣ ਹੈ। ਨਾ ਤਾਂ ਸੂਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ ਜੋ ਉਸ ਪੋਥੀ ਨੂੰ ਖੋਲ ਸਕਦਾ ਜਾਂ ਉਸ ਉੱਤੇ ਨਿਗਾਹ ਕਰ ਸਕਦਾ। ਤਾਂ ਮੈਂ ਬਹੁਤ ਰੁੰਨਾ ਸੀ, ਇਸ ਲਈ ਜੋ ਉਸ ਪੋਥੀ ਦੇ ਖੋਲਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਜੋ ਕੋਈ ਨਾ ਨਿਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ, ਵੇਖ ਉਹ ਬੱਬਰ ਸੇ ਜਿਹੜਾ ਕੌਣ ਹੈ, ਯਹੂਦਾ ਦੇ ਗੋਤ ਵਿੱਚੋਂ ਹੈ ਤੇ ਦਾਊਦ ਦੀ ਜੜ ਹੈ। ਉਸ ਪੋਥੀ ਅਤੇ ਉਹਦੀਆਂ 7 ਮੋਹਰਾਂ ਦੇ ਖੋਲਣ ਲਈ ਜਿੱਤ ਗਿਆ ਹੈ। ਸਿਰਫ ਕੌਣ ਉਸ ਪੋਥੀ ਨੂੰ ਖੋਲ ਸਕਦਾ ਹੈ ਅਤੇ ਪਰਮੇਸ਼ਵਰ ਦੇ ਵਚਨ ਜੀਵਨ ਦੀ ਸੱਚਾਈ ਦੀ ਵਿਵਸਥਾ ਕਰ ਸਕਦਾ ਹੈ ਜਿਸ ਨੂੰ ਮੋਹਰ ਬੰਦ ਕਰ ਦਿੱਤਾ ਗਿਆ ਸੀ। ਸਿਰਫ ਦਾਊਦ ਦੀ ਜੜ। ਇਹ ਕਹਿੰਦਾ ਹੈ ਦਾਊਦ ਦੀ ਜੜ ਅਤੇ ਦਾਊਦ ਦਾ ਵੰਸ਼। ਬਾਈਬਲ ਬਹੁਤ ਸਾਰੇ ਵੱਖ-ਵੱਖ ਪ੍ਰਗਟਾਵਿਆਂ ਦਾ ਉਪਯੋਗ ਕਰਦੀ ਹੈ। ਵੇਖ, ਉਹ ਬੱਬਰ ਸੇ ਜਿਹੜਾ ਯਹੂਦਾ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ ਹੈ। ਉਸ ਪੋਥੀ ਅਤੇ ਉਸ ਦੀਆਂ 7 ਮੋਹਰਾਂ ਦੇ ਖੋਲਣ ਲਈ ਜਿੱਤ ਗਿਆ ਹੈ। ਉਹ ਸਭ ਕੁਝ ਜੋ ਹੁਣ ਤੱਕ ਮੋਹਰ ਬੰਦ ਅਤੇ ਗੁਪਤ ਸੀ ਖੋਲੇਗਾ। ਫਿਰ ਸਾਨੂੰ ਜਾਣਨਾ ਚਾਹੀਦਾ ਹੈ ਕਿ ਦਾਊਦ ਦੀ ਜੜ ਕੌਣ ਹੈ। ਇਹ ਆਪਣੇ ਪਹਿਲੀ ਵਾਰ ਆਉਣ ਵੇਲੇ ਅਤੇ ਆਪਣੇ ਦੂਸਰੀ ਵਾਰੀ ਆਉਣ ਵੇਲੇ ਦੋਨੋਂ ਸਮਿਆਂ ਵਿੱਚ ਇੱਕ ਹੀ ਵਿਅਕਤੀ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 16 ਉੱਤੇ ਜਾਈਏ। ਮੈਂ ਯੀਸ਼ੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਉਹਨਾਂ ਨੇ ਆਪਣੇ ਬਾਰੇ ਕੀ ਗਵਾਹੀ ਦਿੱਤੀ? ਉਹਨਾਂ ਨੇ ਕਿਹਾ, ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ, ਮੈਂ ਸਵੇਰ ਦਾ ਉਜਲ ਤਾਰਾ ਹਾਂ। ਇੱਕ ਭਾਗ ਵਿੱਚ ਉਹ ਦਾਊਦ ਕਹਿੰਦਾ ਹੈ ਅਤੇ ਦੂਸਰੇ ਭਾਗ ਵਿੱਚ ਉਹ ਦਾਊਦ ਦੀ ਜੜ ਕਹਿੰਦਾ ਹੈ। ਉਹ ਦਾਊਦ ਦਾ ਵੰਸ਼ ਹੈ ਅਤੇ ਸਵੇਰ ਦਾ ਉਜਲ ਤਾਰਾ ਵੀ ਕਹਿੰਦਾ ਹੈ। ਅਜਿਹੇ ਬਹੁਤ ਸਾਰੇ ਪ੍ਰਤੀਕ ਪ੍ਰਗਟਾਵੇ ਹਨ ਜੋ ਯੀਸ਼ੂ ਨੂੰ ਦਰਸਾਉਂਦੇ ਹਨ। ਇਹ ਪ੍ਰਕਾਸ਼ ਦੀ ਪੋਥੀ ਅਧਿਆਇ 5 ਵਚਨ 5 ਵਿੱਚ ਲਿਖਿਆ ਗਿਆ ਹੈ, ਦਾਊਦ ਦੀ ਜੜ ਹੈ। ਉਸ ਪੋਥੀ ਅਤੇ ਉਹਦੀਆਂ 7 ਮੋਹਰਾਂ ਦੇ ਖੋਲਣ ਲਈ ਜਿੱਤ ਗਿਆ ਹੈ। ਦਾਊਦ ਦੀ ਜੜ ਕੌਣ ਹੈ? ਉਹ ਯੀਸ਼ੂ ਮਸੀਹ ਹਨ। ਯਸ਼ਾਇਆ ਅਧਿਆਇ 9 ਵਚਨ 6 ਵਿੱਚ ਦਾਊਦ ਦੀ ਰਾਜਗੱਦੀ ਉੱਤੇ ਕੌਣ ਰਾਜ ਕਰੇਗਾ? ਉਹ ਵੀ ਯੀਸ਼ੂ ਮਸੀਹ ਹਨ। ਜਦੋਂ ਅਸੀਂ ਲੱਭਦੇ ਹਾਂ ਕਿ ਗੈਰ ਕੌਮ ਦੇ ਗਲੀਲ ਨੂੰ ਕਿਸ ਨੇ ਵਡਿਆਈ ਦਿੱਤੀ, ਤਾਂ ਉਹ ਇੱਕ ਬਾਲਕ ਸੀ ਜੋ ਇੱਕ ਪੁੱਤਰ ਦੇ ਰੂਪ ਵਿੱਚ ਆਏ ਸੀ। ਪਰ ਉਸ ਨੂੰ ਜੋ ਸਿਰਲੇਖ ਦਿੱਤੇ ਗਏ ਉਹ ਸੀ ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ। ਆਤਮਿਕ ਦੁਨੀਆ ਵਿੱਚ ਉਹ ਪਿਤਾ ਪਰਮੇਸ਼ਵਰ ਹਨ। ਪਰ ਯਸ਼ਾਇਆ ਨੇ ਭਵਿੱਖਬਾਣੀ ਕੀਤੀ ਕਿ ਉਹ ਇੱਕ ਪੁੱਤਰ ਦੇ ਰੂਪ ਵਿੱਚ ਅਤੇ ਇੱਕ ਬਾਲਕ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਉਣਗੇ। ਯਸ਼ਾਇਆ ਅਧਿਆਇ 9 ਵਿੱਚ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਦਾਊਦ ਦੀ ਰਾਜਗੱਦੀ ਤੇ ਅਤੇ ਉਸਦੇ ਰਾਜ ਅਤੇ ਉਸਦੇ ਲੋਕਾਂ ਉੱਤੇ ਸ਼ਾਸਨ ਕਰਨਗੇ। ਪਰ ਨਵੇਂ ਨੇਮ ਦੀ ਵਿਵਸਥਾ ਨੂੰ, ਜਿਸ ਨੂੰ ਉਹਨਾਂ ਨੇ 2000 ਸਾਲ ਪਹਿਲਾਂ ਸਥਾਪਿਤ ਕੀਤਾ ਸੀ, ਸ਼ੈਤਾਨ ਦੁਆਰਾ ਪੂਰੀ ਤਰ੍ਹਾਂ ਨਸ਼ਟ ਕੀਤਾ ਗਿਆ ਸੀ। ਸ਼ੈਤਾਨ ਨੇ ਜੋ ਵੀ ਝੂਠੀਆਂ ਸਿੱਖਿਆਵਾਂ ਬੀਜੀਆਂ ਸੀ, ਉਹ 1000 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਅਤੇ ਹੁਣ ਤੱਕ ਵੀ ਵੱਧਦੀਆਂ ਅਤੇ ਫੈਲਦੀਆਂ ਜਾ ਰਹੀਆਂ ਹਨ।
ਜੇਕਰ ਪਰਮੇਸ਼ਵਰ ਇਸ ਨੂੰ ਇਸੇ ਤਰ੍ਹਾਂ ਛੱਡ ਦਿੰਦੇ ਹਨ ਤਾਂ ਇਸ ਯੁੱਗ ਵਿੱਚ ਸੱਚਾਈ ਤੋਂ ਬਿਨਾਂ ਸਾਰੀ ਮਨੁੱਖ ਜਾਤੀ ਬੇਵਸ ਹੋ ਕੇ ਮਰ ਸਕਦੀ ਹੈ। ਇਸ ਲਈ ਉਹਨਾਂ ਨੇ ਇਬਰਾਨੀਓ ਅਧਿਆਇ 9 ਵਿੱਚ ਭਵਿੱਖਬਾਣੀ ਕੀਤੀ ਕਿ ਉਹ ਮੁਕਤੀ ਦੇਣ ਲਈ ਸਰੀਰ ਵਿੱਚ ਦੂਸਰੀ ਵਾਰ ਆਉਣਗੇ। ਆਓ ਅਸੀਂ ਲੂਕਾ ਅਧਿਆਇ 3 ਵਚਨ 21 ਵੇਖੀਏ। 21절의 말씀 함께 보겠습니다. ਕਿਉਂਕਿ ਯੀਸ਼ੂ ਧਰਤੀ ਉੱਤੇ ਆਉਣਗੇ ਅਤੇ ਉਹਨਾਂ ਨੂੰ ਦਾਊਦ ਦੀ ਰਾਜਗੱਦੀ ਦਿੱਤੀ ਜਾਵੇਗੀ। ਇਸ ਲਈ ਸਾਨੂੰ ਯੀਸ਼ੂ ਅਤੇ ਦਾਊਦ ਦੇ ਵਿਚਕਾਰ ਦੇ ਸੰਬੰਧ ਦਾ ਅਧਿਐਨ ਕਰਨ ਦੀ ਲੋੜ ਹੈ। 다윗은 ਦੂਸਰਾ ਸੈਮੂਅਲ ਅਧਿਆਇ 5 ਦੇ ਅਨੁਸਾਰ ਦਾਊਦ ਕਦੋਂ ਰਾਜਾ ਬਣਿਆ? 30 ਜਦੋਂ ਉਹ 30 ਸਾਲਾਂ ਦਾ ਸੀ। ਦਾਊਦ ਦਾ ਕੰਮ ਯੀਸ਼ੂ ਮਸੀਹ ਦੇ ਕੰਮ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। 성경은 ਇਸ ਲਈ ਸਾਨੂੰ ਭਵਿੱਖਬਾਣੀਆਂ ਅਤੇ ਉਹਨਾਂ ਦੀ ਪੂਰਤੀ ਦੇ ਨੇੜਿਓਂ ਦੀ ਧਿਆਨ ਦੇ ਕੇ ਬਾਈਬਲ ਨੂੰ ਸਮਝਣ ਦੀ ਜ਼ਰੂਰਤ ਹੈ। 21절의 ਆਓ ਅਸੀਂ ਵਚਨ 21 ਵੇਖੀਏ। ਜਦ ਸਾਰੇ ਲੋਕ ਬਪਤਿਸਮਾ ਲੈ ਹਟੇ ਔਰ ਯੀਸ਼ੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਇਹ ਹੋਇਆ ਜੋ ਆਕਾਸ਼ ਖੁੱਲ ਗਿਆ ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈ ਉਸ ਉੱਤੇ ਉਤਰਿਆ 하늘로 서 ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ ਤੇ ਤੂੰ ਮੈਂ ਪ੍ਰਸੰਨ ਹਾਂ। 예수께서 ਯੀਸ਼ੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ 30 ਕੁ ਵਰਿਆਂ ਦਾ ਸੀ। 30세 ਉਹਨਾਂ ਨੇ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ ਸੀ ਅਤੇ ਘੋਸ਼ਣਾ ਕੀਤੀ, ਭਈ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਨਾ। 그때 연세 ਉਸ ਸਮੇਂ ਯੀਸ਼ੂ ਕਿੰਨੇ ਸਾਲ ਦੇ ਸੀ? 예수 그리스도께서 ਜਦ ਯੀਸ਼ੂ ਆਪ ਉਪਦੇਸ਼ ਕਰਨ ਲੱਗੇ ਤਾਂ ਲਗਭਗ 30 ਸਾਲ ਦੇ ਸੀ। 그럼 다윗 ਫਿਰ ਦਾਊਦ ਦੇ ਬਾਰੇ ਕੀ? 사무엘 ਆਓ ਅਸੀਂ ਦੂਸਰਾ ਸੈਮੂਅਲ ਅਧਿਆਇ 5 ਵਚਨ 4 ਉੱਤੇ ਜਾਈਏ। 다윗이 ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਾਂ 30 ਵਰਿਆਂ ਦਾ ਸੀ ਅਤੇ ਉਸਨੇ ਕਿੰਨੇ ਵਰੇ ਤੱਕ? 몇 년을 다스린 40 ਵਰੇ ਰਾਜ ਕੀਤਾ। 30 ਸਾਲ ਦੀ ਉਮਰ ਵਿੱਚ ਦਾਊਦ ਦਾ ਮਸਾ ਹੋਇਆ ਸੀ। 그럼 다윗 ਉਹ 30 ਸਾਲ ਦੀ ਉਮਰ ਵਿੱਚ ਸਿੰਘਾਸਨ ਤੇ ਬੈਠੇ ਅਤੇ 40 ਸਾਲ ਤੱਕ ਰਾਜ ਕੀਤਾ। 예수님께서 ਯੀਸ਼ੂ ਨੇ ਵੀ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ ਜੋ ਆਤਮਿਕ ਮਸਾ ਹੈ। ਬਪਤਿਸਮਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਇੱਕ ਵਾਰ ਪ੍ਰਾਪਤ ਕਰਦੇ ਹਾਂ। 그때 아주 또 ਲੂਕਾ ਅਧਿਆਇ 12 ਵਿੱਚ ਇੱਕ ਹੋਰ ਮਹੱਤਵਪੂਰਨ ਭਵਿੱਖਬਾਣੀ ਹੈ। 하나 더 들어 있습니다. 49절 ਆਓ ਅਸੀਂ ਵਚਨ 49 ਦੇਖੀਏ। 내가 ਇੱਥੇ ਮੈਂ ਯੀਸ਼ੂ ਨੂੰ ਦਰਸਾਉਂਦਾ ਹੈ। 예수님께서 불을 ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ 불이 이미 ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ, 나는 ਪਰ ਮੈਂ ਇੱਕ 무슨 ਕੀ ਲੈਣਾ ਹੈ? 있습니까? 받을 ਬਪਤਿਸਮਾ ਲੈਣਾ ਹੈ। 이미 ਹੁਣ ਲੂਕਾ ਅਧਿਆਇ 3 ਕਹਿੰਦਾ ਹੈ ਜਦ ਸਾਰੇ ਲੋਕ ਬਪਤਿਸਮਾ ਲੈ ਹਟੇ ਔਰ ਯੀਸ਼ੂ ਵੀ ਬਪਤਿਸਮਾ ਲੈ ਕੇ, ਯੀਸ਼ੂ ਵੀ ਪਹਿਲਾਂ ਤੋਂ ਉਸ ਸਮੇਂ ਬਪਤਿਸਮਾ ਲੈ ਚੁੱਕੇ ਸੀ। 그때 ਪਰ ਅਧਿਆਇ 12 ਵਿੱਚ ਉਹਨਾਂ ਨੇ ਕਿਹਾ, 내가 불을 ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ 이미 붙었으면 내가 ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ, ਪਰ ਮੈਂ ਇੱਕ ਬਪਤਿਸਮਾ ਲੈਣਾ ਹੈ। 아직도 ਉਹਨਾਂ ਨੇ ਇਹ ਕਹਿੰਦੇ ਹੋਏ ਕਿ ਮੈਂ ਇੱਕ ਬਪਤਿਸਮਾ ਲੈਣਾ ਹੈ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹਨਾਂ ਨੇ ਹੁਣ ਤੱਕ ਬਪਤਿਸਮਾ ਨਹੀਂ ਲਿਆ ਹੈ। 침례를 받아야 ਇਸ ਦਾ ਮਤਲਬ ਹੈ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਬਪਤਿਸਮਾ ਲੈਣਾ ਹੈ ਨਾ। ਬਪਤਿਸਮਾ ਲੈਣ ਦੇ ਲਈ ਉਹਨਾਂ ਨੂੰ ਸਰੀਰ ਵਿੱਚ ਆਉਣਾ ਚਾਹੀਦਾ ਹੈ। 받으시되 ਉਹਨਾਂ ਦੇ ਪਹਿਲੀ ਵਾਰ ਆਉਣ ਅਤੇ ਦੂਸਰੀ ਵਾਰੀ ਆਉਣ ਦੋਨਾਂ ਸਮੇਂ ਵਿੱਚ ਉਹ ਕਿਸ ਦੇ ਸਿੰਘਾਸਨ ਤੇ ਬੈਠਣਗੇ? 다윗의 ਉਹਨਾਂ ਨੂੰ ਦਾਊਦ ਦੇ ਸਿੰਘਾਸਨ ਤੇ ਬੈਠਣਾ ਚਾਹੀਦਾ ਹੈ। 보셔야 되겠습니다. 다윗이 30 ਦਾਊਦ 30 ਸਾਲ ਦੀ ਉਮਰ ਵਿੱਚ ਆਪਣੇ ਸਿੰਘਾਸਨ ਤੇ ਬੈਠਾ ਅਤੇ ਉਸਨੇ 40 ਸਾਲ ਤੱਕ ਰਾਜ ਕੀਤਾ। ਯੀਸ਼ੂ ਨੇ 30 ਸਾਲ ਦੀ ਉਮਰ ਵਿੱਚ ਆਤਮਿਕ ਮਸਾ ਅਰਥਾਤ ਬਪਤਿਸਮਾ ਪ੍ਰਾਪਤ ਕੀਤਾ 나라에 ਅਤੇ ਖੁਸ਼ਖਬਰੀ ਦੇ ਰਾਜ ਦੇ ਸ਼ਾਸਨ ਕਰਨਾ ਸ਼ੁਰੂ ਕੀਤਾ। 10세 ਭਾਵੇਂ ਉਹ 30 ਸਾਲ ਦੀ ਉਮਰ ਵਿੱਚ ਸਿੰਘਾਸਨ ਤੇ ਬੈਠੇ, 3년간 ਪਰ 3 ਸਾਲ ਤੱਕ ਪ੍ਰਚਾਰ ਕਰਨ ਦੇ ਬਾਅਦ ਉਹਨਾਂ ਨੂੰ ਸਲੀਬ ਤੇ ਚੜਾ ਦਿੱਤਾ ਗਿਆ। 하셨습니다. 이러기 ਉਹਨਾਂ ਨੇ ਰਾਜਾ ਦਾਊਦ ਦੇ ਰੂਪ ਵਿੱਚ 40 ਸਾਲ ਤੱਕ ਰਾਜ ਕਰਨ ਦੀ ਭਵਿੱਖਬਾਣੀ ਨੂੰ ਪੂਰਾ ਨਹੀਂ ਕੀਤਾ। 그럼 나머지 ਫਿਰ ਉਹ ਬਾਕੀ 37 ਸਾਲ ਕਦੋਂ ਪੂਰਾ ਕਰਨਗੇ? 히브리서 ਜਿਵੇਂ ਇਬਰਾਨੀਆਂ ਅਧਿਆਇ 9 ਵਚਨ 28 ਵਿੱਚ ਦਿਖਾਇਆ ਗਿਆ ਹੈ, ਦਾਊਦ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਫਿਰ ਤੋਂ ਆਉਣ ਦਾ ਵਾਅਦਾ ਕੀਤਾ ਹੈ। ਦੂਸਰੀ ਵਾਰੀ ਆਉਣ ਵਾਲੇ ਮਸੀਹ ਨੂੰ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲੈਣਾ ਚਾਹੀਦਾ ਹੈ ਅਤੇ 37 ਸਾਲ ਦੇ ਲਈ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। 그래야지만 ਸਿਰਫ ਉਸ ਸਮੇਂ ਹੀ 그 왕위 ਉਹ ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਨੂੰ ਪੂਰਾ ਕਰ ਸਕਦੇ ਹਨ, ਕਿਉਂਕਿ ਉਹਨਾਂ ਨੇ ਕਿਹਾ ਮੈਂ ਤਾਂ ਇੱਕ ਬਪਤਿਸਮਾ ਲੈਣਾ ਹੈ। 여기서 받을 ਇੱਥੇ ਬਪਤਿਸਮਾ ਉਹਨਾਂ ਦੇ ਪਹਿਲੀ ਵਾਰੀ ਆਉਣ ਨੂੰ ਨਹੀਂ ਪਰ ਕਿਹੜੀ ਵਾਰੀ ਆਉਣ ਨੂੰ ਦਰਸਾਉਂਦਾ ਹੈ। 재림 ਇਸ ਦਾ ਅਰਥ ਹੈ ਕਿ ਉਹ ਆਪਣੇ ਦੂਸਰੀ ਵਾਰੀ ਆਉਣ ਤੇ ਫਿਰ ਤੋਂ ਬਪਤਿਸਮਾ ਲੈਣਗੇ, ਹੈ ਨਾ। ਜਦ ਤੀਕਰ ਉਹ ਸੰਪੂਰਨ ਨਾ ਹੋਵੇ ਤਦ ਤੀਕਰ ਮੈਂ ਕਿੱਡਾ ਔਖਾ ਰਹਾਂਗਾ। ਯਸ਼ਾਇਆ ਦੇ 46 ਵਚਨ 10 ਕਹਿੰਦਾ ਹੈ, ਮੈਂ ਆਦ ਤੋਂ ਅੰਤ ਨੂੰ ਦੱਸਦਾ ਹਾਂ। 통마를 내다보시고라고 하셨는데 ਜਦੋਂ ਉਹਨਾਂ ਨੇ ਜਗਤ ਦੇ ਅੰਤ ਤੱਕ ਸਾਰੀਆਂ ਚੀਜ਼ਾਂ ਨੂੰ ਦੇਖਿਆ 참 암담 ਤਾਂ ਇਹ ਅਸਲ ਵਿੱਚ ਨਿਰਾਸ਼ਾਜਨਕ ਸੀ। ਉਹ ਬਹੁਤ ਪਰੇਸ਼ਾਨ ਸੀ।
ਇਸ ਲਈ ਉਹਨਾਂ ਨੇ ਕਿਹਾ, ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤੱਕ ਉਹ ਸੰਪੂਰਨ ਨਾ ਹੋਵੇ ਤਦ ਤੱਕ ਮੈਂ ਕਿੱਡਾ ਔਖਾ ਰਹਾਂਗਾ। ਆਪਣੇ ਪਹਿਲੀ ਵਾਰੀ ਆਉਣ ਤੇ ਉਹ ਸਿਰਫ 3 ਸਾਲ ਦੇ ਲਈ ਦਾਊਦ ਦੇ ਸਿੰਘਾਸਨ ਤੇ ਰਾਜ ਕਰਨ ਦੇ ਬਾਅਦ ਸਵਰਗ ਚਲੇ ਗਏ। ਬਾਕੀ 37 ਸਾਲ ਵੀ ਪੂਰੇ ਹੋਣੇ ਚਾਹੀਦੇ ਹਨ। 온전히 완성할 수 ਇਸ ਲਈ ਉਹਨਾਂ ਨੇ ਦੂਸਰੀ ਵਾਰੀ ਆਉਣ ਦਾ ਵਾਅਦਾ ਕੀਤਾ, 오시겠다고 했고 10년 ਕਿਉਂਕਿ ਉਹਨਾਂ ਨੇ ਇੱਕ ਇਸ ਤਰ੍ਹਾਂ ਦੇ ਸਰੀਰ ਦੇ ਨਾਲ ਆਉਣਾ ਹੈ ਜਿਸ ਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ, ਤਾਂ ਉਹਨਾਂ ਨੂੰ ਫਿਰ ਤੋਂ ਸਰੀਰ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਨੇ ਦਾਊਦ ਦੀ ਭਵਿੱਖਬਾਣੀ ਦੇ ਅਨੁਸਾਰ ਠੀਕ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲੈਣਾ ਚਾਹੀਦਾ ਹੈ। ਮਹੱਤਵਪੂਰਨ 되시는 해가 ਗੱਲ ਇਹ ਹੈ ਕਿ ਉਹਨਾਂ ਨੂੰ ਕਿਹੜੇ ਸਾਲ ਵਿੱਚ 30 ਸਾਲ ਦੇ ਹੋਣਾ ਚਾਹੀਦਾ ਹੈ। ਇਸ ਮਾਮਲੇ ਦੇ ਬਾਰੇ ਆਓ ਅਸੀਂ ਅਧਿਆਇ 24 ਤੇ ਇੱਕ ਨਜ਼ਰ ਪਾਈਏ। 32절 ਮਤੀ ਅਧਿਆਇ 24 ਵਚਨ 32। 무화과 나무 ਹੰਜੀਰ ਦੇ ਬਿਸ਼ ਤੋਂ ਇਹ ਦ੍ਰਿਸ਼ਟਾਂਤ ਸਿੱਖੋ। 마태복음 ਮਤੀ ਅਧਿਆਇ 24 ਵਿੱਚ ਉਹ ਭਵਿੱਖਬਾਣੀਆਂ ਸ਼ਾਮਿਲ ਹਨ ਜੋ ਜਗਤ ਦੇ ਅੰਤ ਵਿੱਚ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਆਓ ਅਸੀਂ ਮਤੀ ਅਧਿਆਇ 24 ਵਚਨ 3 ਦੇਖੀਏ। 예수 ਜਦੋਂ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, 제자들이 종종 ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ 또 ਅਤੇ ਤੇਰੇ ਆਉਣ ਅਰ ਯੁੱਗ ਦੇ ਅੰਤ ਦਾ ਕੀ ਲੱਛਣ ਹੋ। 주의 임하심과 세상 끝에는 무슨 징조가 있사오리까? 이 제자들이 ਚੇਲੇ ਉਤਸੁਕ ਸੀ 본 건두 가지 ਅਤੇ ਉਹਨਾਂ ਨੇ 2 ਚੀਜ਼ਾਂ ਦੇ ਬਾਰੇ ਪੁੱਛਿਆ, ਤੁਸੀਂ ਫਿਰ ਕਦੋਂ ਆਓਗੇ? 이십니까? 세상 끝은 ਜਗਤ ਦੇ ਅੰਤ ਦਾ ਨਿਸ਼ਾਨ ਕੀ ਹੈ? ਯੀਸ਼ੂ ਨੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ। 하시는 장면입니다. 답하시는 가운데 ਵਚਨ 32 ਵਿੱਚ 32절에 ਯੀਸ਼ੂ ਨੇ ਉਹਨਾਂ ਨੂੰ ਹੰਜੀਰ ਦੇ ਬਿਸ਼ ਤੋਂ ਸਿੱਖਣ ਨੂੰ ਕਿਹਾ। 무화과 ਫਿਰ ਹੰਜੀਰ ਦੇ ਬਿਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹਦੀ ਟਹਿਣੀ ਨਰਮ ਹੁੰਦੀ ਹੈ ਤੇ ਪੱਤੇ ਫੁੱਟਦੇ ਹਨ ਤਾਂ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। 무화과 나무는 ਅਸੀਂ ਸਿੱਖਿਆ ਹੈ ਕਿ ਹੰਜੀਰ ਦਾ ਬਿਰਛ ਇਜ਼ਰਾਈਲ ਦੇਸ਼ ਨੂੰ ਦਰਸਾਉਂਦਾ ਹੈ। 한다고 배우셨죠? 이스라엘 나라 70 ਈਸਵੀ ਵਿੱਚ ਇਜ਼ਰਾਈਲ ਨੇ ਆਪਣਾ ਰਾਜ ਗਵਾ ਦਿੱਤਾ ਅਤੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ। 이스라엘이 멸망을 해버렸습니다. 멸망된 ਭਾਵੇਂ ਹੀ ਉਹਨਾਂ ਦਾ ਰਾਜ ਗਵਾਚ ਗਿਆ ਸੀ, 이라는 ਪਰ ਇਜ਼ਰਾਈਲ ਨੇ 1900 ਸਾਲ ਤੱਕ ਦੇ ਲੰਬੇ ਸਮੇਂ ਦੇ ਬਾਅਦ 1948 ਵਿੱਚ ਆਪਣਾ ਰਾਜ ਦੁਬਾਰਾ ਪ੍ਰਾਪਤ ਕੀਤਾ। 어떻게 되죠? 회복되었습니다. 그 회복된 ਬਾਈਬਲ ਨੇ ਇਹ ਕਹਿੰਦੇ ਹੋਏ ਇਸ ਘਟਨਾ ਦਾ ਵਰਣਨ ਕੀਤਾ, ਹੰਜੀਰ ਦਾ ਬਿਰਛ ਜੋ ਸੁੱਕ ਗਿਆ ਸੀ ਦੁਬਾਰਾ ਜਿਉਂਦਾ ਹੋ ਗਿਆ, ਉਸ ਦੀ ਟਹਿਣੀ ਨਰਮ ਹੋਣ ਲੱਗੀ ਅਤੇ ਪੱਤੇ ਨਿਕਲਣ ਲੱਗੇ। 이스라엘이 ਇਹ ਦ੍ਰਿਸ਼ਟਾਂਤ ਇਜ਼ਰਾਈਲ ਦੀ ਆਜ਼ਾਦੀ ਦਾ ਵਰਣਨ ਕਰਦਾ ਹੈ। 무화과 나무 ਫਿਰ ਹੰਜੀਰ ਦੇ ਬਿਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹਦੀ ਟਹਿਣੀ ਨਰਮ ਹੁੰਦੀ ਹੈ ਤੇ ਪੱਤੇ ਫੁੱਟਦੇ ਹਨ ਤਾਂ ਜਾਣ ਲੈਂਦੇ ਪਈ ਗਰਮੀ ਦੀ ਰੁੱਤ ਨੇੜੇ ਹੈ। 모든 일 ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ। ਦੂਸਰੇ ਸ਼ਬਦਾਂ ਵਿੱਚ ਜਦੋਂ ਤੁਸੀਂ ਹੰਜੀਰ ਦੇ ਬੀਜ ਦੀ ਟਾਹਣੀ ਨੂੰ ਨਰਮ ਹੁੰਦੇ ਅਤੇ ਪੱਤੇ ਨਿਕਲਦੇ ਵੇਖੋ ਤਾਂ ਜਾਣ ਲਓ ਜੋ ਕੌਣ ਨੇੜੇ ਹੈ, ਉਹ ਨੇੜੇ ਸਗੋਂ ਬੂਹੇ ਉੱਤੇ ਹੈ। 주의 임하심이 ਜਦੋਂ ਚੇਲਿਆਂ ਨੇ ਪੁੱਛਿਆ ਤੁਸੀਂ ਫਿਰ ਕਦੋਂ ਆਓਗੇ, ਤਦ ਇਹ ਚੇਲਿਆਂ ਨੂੰ ਦਿੱਤਾ ਗਿਆ ਜਵਾਬ ਸੀ। 하겠단 말이죠. 이때 ਇਸ ਦਾ ਮਤਲਬ ਹੈ ਕਿ ਉਸ ਸਮੇਂ ਉਹ ਦੂਸਰੀ ਵਾਰ ਦਿਖਾਈ ਦੇਣਗੇ ਅਤੇ ਖੁਸ਼ਖਬਰੀ ਦੇ ਲਈ ਦਰਵਾਜ਼ਾ ਖੋਲ ਦੇਣਗੇ। 땅에 ਉਹ ਸਾਲ ਜਦੋਂ ਪਿਤਾ ਅਨਸਾਉਂਗ ਜੀ ਦਾ ਧਰਤੀ ਤੇ ਬਪਤਿਸਮਾ ਹੋਇਆ 1948 ਸੀ, 1940 ਕਿਉਂਕਿ ਉਹਨਾਂ ਨੂੰ ਉਸ ਸਮੇਂ ਬਪਤਿਸਮਾ ਦਿੱਤਾ ਗਿਆ ਸੀ। ਸਿਰਫ ਇਸ ਲਈ ਉਹ ਭਵਿੱਖਸੂਚਕ ਦਾਊਦ ਨਹੀਂ ਹੈ, ਪਰ ਬਪਤਿਸਮਾ ਦੇ ਸਮੇਂ ਵਿੱਚ ਉਹਨਾਂ ਦੀ ਉਮਰ ਵੀ ਮਹੱਤਵਪੂਰਨ ਹੈ। 초림 예수님이 ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਪਹਿਲੀ ਵਾਰੀ ਆਉਣ ਵਾਲੇ ਯੀਸ਼ੂ ਨੂੰ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲੈਣਾ ਪਵੇਗਾ 근데 재림 예수님 역시 ਅਤੇ ਦੂਸਰੀ ਵਾਰੀ ਆਉਣ ਵਾਲੇ ਯੀਸ਼ੂ ਨੂੰ ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਨੂੰ ਪੂਰਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਇਸ ਲਈ ਉਹਨਾਂ ਨੂੰ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲੈਣਾ ਚਾਹੀਦਾ ਹੈ ਅਤੇ 37 ਸਾਲ ਤੱਕ ਖੁਸ਼ਖਬਰੀ ਦੇ ਰਾਹ ਤੇ ਚੱਲਣਾ ਚਾਹੀਦਾ ਹੈ। 걸어가셔야 되겠습니다. 1940 ਸਾਲ 1948 ਸਿਰਫ ਇਸ ਲਈ ਮਹੱਤਵਪੂਰਨ ਨਹੀਂ ਹੈ 이스라엘 나라에 ਕਿ ਉਸ ਸਾਲ ਇਜ਼ਰਾਈਲ ਆਜ਼ਾਦ ਹੋਇਆ, 그런 어떤 의미만 가진 것이 아니고 ਪਰ ਉਸ ਸਾਲ ਤੋਂ ਮਸੀਹ ਨੇ ਬਪਤਿਸਮਾ ਲੈ ਕੇ ਖੁਸ਼ਖਬਰੀ ਦੇ ਲਈ ਦਰਵਾਜ਼ਾ ਖੋਲ੍ਹਣਾ ਸੀ। 48년도에서 37년이 ਜੇਕਰ ਤੁਸੀਂ 1948 ਵਿੱਚ 37 ਸਾਲ ਜੋੜਦੇ ਹੋ ਤਾਂ ਇਹ ਕਿਹੜਾ ਸਾਲ ਹੈ? ਭਵਿੱਖਬਾਣੀ ਦੇ ਅਨੁਸਾਰ ਉਹ 1985 ਦੇ ਫਰਵਰੀ ਵਿੱਚ ਸਵਰਗ ਚਲੇ ਗਏ। 더도 덜도 아닌 정확한 어떤 이런 ਉਹ ਜਿਨ੍ਹਾਂ ਨੇ ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਨੂੰ ਸਹੀ ਰੂਪ ਨਾਲ ਪੂਰਾ ਕੀਤਾ ਸਾਡੇ ਸਵਰਗੀ ਪਿਤਾ ਮਸੀਹ ਅਨਸਾਉਂਗ ਜੀ ਹਨ। 우리 그리스도 하늘 아버지 안사홍님이십니다. 여러분 ਸਾਰੇ ਲੋਕੋ, 내용을 그대로 ਮੈਂ ਤੁਹਾਨੂੰ ਸਭ ਉਸੇ ਤਰ੍ਹਾਂ ਦਿਖਾ ਰਿਹਾ ਹਾਂ ਜਿਵੇਂ ਉਹ ਹੈ। 1900 ਤਾਂ 1948 ਵਿੱਚ ਉਹਨਾਂ ਦਾ ਬਪਤਿਸਮਾ ਹੋਣ ਦੇ ਲਈ ਉਹਨਾਂ ਦਾ ਜਨਮ ਕਦੋਂ ਹੋਣਾ ਚਾਹੀਦਾ ਹੈ? 1900 ਉਹਨਾਂ ਦਾ ਜਨਮ 1918 ਵਿੱਚ ਹੋਣਾ ਚਾਹੀਦਾ ਹੈ। ਇਸ ਲਈ ਉਹ ਠੀਕ ਸਾਲ 1918 ਵਿੱਚ ਆਏ। 이 땅에 오셨습니다.
ਬਾਈਬਲ ਵਿੱਚ ਕੋਈ ਵੀ ਭਵਿੱਖਬਾਣੀ ਗਲਤ ਨਹੀਂ ਹੈ, 이 성경이 내게 ਕਿਉਂਕਿ ਇਹ ਲਿਖਿਆ ਗਿਆ ਹੈ, ਧਰਮ ਗ੍ਰੰਥ ਉਹੀ ਹੈ ਜੋ ਮੇਰੀ ਸਾਖੀ ਦਿੰਦਾ ਹੈ, 완성이 되고 ਤਾਂ ਕਿ ਉਹ ਉਸੇ ਤਰ੍ਹਾਂ ਪੂਰਾ ਨਹੀਂ ਕੀਤਾ ਜਾਣਾ ਚਾਹੀਦਾ। ਜਦੋਂ ਉਹ ਦੂਸਰੀ ਵਾਰੀ ਆਏ 오실 때에도 ਤਦ ਵੀ ਉਹ ਬਸ ਇਸ ਤਰ੍ਹਾਂ ਹੀ ਨਹੀਂ ਆਏ, 또 다른 ਉਹਨਾਂ ਨੇ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਨੂੰ ਵੀ ਪੂਰਾ ਕੀਤਾ। 미가서 우리 4장 ਆਓ ਅਸੀਂ ਮੀਕਾ ਅਧਿਆਇ 4 ਤੇ ਇੱਕ ਨਜ਼ਰ ਪਾਈਏ। ਮੀਕਾ ਅਧਿਆਇ 4 ਵਚਨ 1। 말일에 ਆਖਰੀ ਦਿਨਾਂ ਵਿੱਚ ਇਹ ਹੋਏਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਏਗਾ। ਇਹ ਅੰਤਮ ਦਿਨ ਦੇ ਬਾਰੇ ਭਵਿੱਖਬਾਣੀ ਹੈ। ਆਖਰੀ ਦਿਨਾਂ ਵਿੱਚ ਇਹ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ 피어나고 민족 ਅਤੇ ਉਮਤਾਂ ਉਸ ਦੇ ਵੱਲ ਵਗਣਗੀਆਂ, ਬਹੁਤੀਆਂ ਕੌਮਾਂ ਆਉਣਗੀਆਂ ਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ਵਰ ਦੇ ਭਵਨ ਨੂੰ ਚੜ੍ਹੀਏ, 그 도로 ਭਈ ਉਹ ਸਾਨੂੰ ਆਪਣੇ ਰਾਜ ਵਿਖਾਵੇ। 하고 있습니다. ਪਰਮੇਸ਼ਵਰ ਖੁਦ ਸਾਨੂੰ ਅੰਦੇ ਦਿਨਾਂ ਵਿੱਚ ਸਿਖਾਉਣਗੇ, ਤਾਂ ਉਹ ਸਾਨੂੰ ਆਪਣੀ ਸਿੱਖਿਆਵਾਂ ਕਿੱਥੋਂ ਦੇਣਗੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ। ਭਈ ਉਹ ਸਾਨੂੰ ਆਪਣੇ ਰਾਹ ਦਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਵਿਵਸਥਾ ਸਿਯੋਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ। ਇਹ ਲਿਖਿਆ ਹੈ ਕਿ ਪਰਮੇਸ਼ਵਰ ਦੀ ਸਿੱਖਿਆਵਾਂ ਸਿਯੋਨ ਵਿੱਚੋਂ ਅਤੇ ਯਰੂਸ਼ਲਮ ਵਿੱਚ ਪੂਰੀਆਂ ਹੋਣਗੀਆਂ। ਸਿਯੋਨ ਉਹ ਜਗ੍ਹਾ ਹੈ 라고 한다면 ਜਿੱਥੇ ਪਰਮੇਸ਼ਵਰ ਦੇ ਪਰਵ ਮਨਾਏ ਜਾਂਦੇ ਹਨ। 기를 지키는 것입니다. ਸਬਤ ਦਾ ਦਿਨ ਇੱਕ ਹਫ਼ਤਾਵਾਰੀ ਪਰਬ ਹੈ ਅਤੇ ਸਾਲਾਨਾ ਪਰਬ ਇਹ ਹਨ: ਪਸਾ, ਅਖਮੀਰੀ ਰੋਟੀ ਦਾ ਪਰਬ, ਪਹਿਲੇ ਫਲ ਦਾ ਪਰਬ, ਹਫ਼ਤਿਆਂ ਦਾ ਪਰਬ, ਨਰਸਿੰਗੇ ਦਾ ਪਰਬ, ਪ੍ਰਾਇਸ਼ਚਿਤ ਦਾ ਦਿਨ ਅਤੇ ਡੇਰਿਆਂ ਦਾ ਪਰਬ। 가르치신다. ਪਰਮੇਸ਼ਵਰ ਸਾਨੂੰ ਸਿਯੋਨ ਵਿੱਚੋਂ ਸਿਖਾਉਣਗੇ ਜਿੱਥੇ ਇਹ ਪਰਬ ਮਨਾਏ ਜਾਂਦੇ ਹਨ। 이 땅에 ਇਸ ਲਈ ਦਾਊਦ ਦੇ ਸਿੰਘਾਸਨ ਤੇ ਦੂਸਰੀ ਵਾਰ ਪਰਮੇਸ਼ਵਰ ਦਾ ਆਉਣਾ ਅਤੇ ਸਾਨੂੰ ਪਰਮੇਸ਼ਵਰ ਦਾ ਵਚਨ ਸਿਖਾਉਣਾ ਪੱਕਾ ਹੀ ਸਿਯੋਨ ਵਿੱਚ ਹੋਣਾ ਚਾਹੀਦਾ ਹੈ, ਜਿੱਥੇ ਪਰਬ ਮਨਾਏ ਜਾਂਦੇ ਹਨ। 그리고 ਕਿਉਂਕਿ ਉਹ ਦਾਊਦ ਦੇ ਸਿੰਘਾਸਨ ਤੇ ਆਉਂਦੇ ਹਨ ਤਾਂ ਉਹਨਾਂ ਨੂੰ 30 ਸਾਲ ਦੀ ਉਮਰ ਵਿੱਚ 1948 ਵਿੱਚ ਬਪਤਿਸਮਾ ਲੈਣਾ ਚਾਹੀਦਾ ਹੈ, ਜਦੋਂ ਹੰਜੀਰ ਦੇ ਬਿਰਛ ਦੀ ਟਾਹਣੀਆਂ ਨਰਮ ਹੁੰਦੀਆਂ ਅਤੇ ਉਸ ਦੇ ਪੱਤੇ ਨਿਕਲਣ ਲੱਗਦੇ ਹਨ, 침례를 받으시고 ਅਤੇ ਉਹਨਾਂ ਨੂੰ 37 ਸਾਲ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਨਾ? ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। 복음의 모든 ਖੁਸ਼ਖਬਰੀ ਦਾ ਪ੍ਰਚਾਰ ਉਸ ਸਮੇਂ ਤੋਂ ਫਿਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ। 아버지 안상님 ਅੰਤ ਦੇ ਦਿਨਾਂ ਵਿੱਚ ਪਿਤਾ ਅਨਸੌਂਗ ਜੀ ਧਰਤੀ ਤੇ ਆਏ ਅਤੇ ਸਾਨੂੰ ਸਿਯੋਨ ਵਿੱਚ ਸਿਖਾਇਆ। ਤਦ ਕੀ ਹੋਵੇਗਾ ਜਦੋਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਪ੍ਰਾਪਤ ਕਰਾਂਗੇ? ਆਓ ਅਸੀਂ ਹਿਜਕੀਲ ਅਧਿਆਇ 37 ਵਚਨ 24 ਵਿੱਚ ਇਸ ਦਾ ਜਵਾਬ ਲੱਭੀਏ। 내종 ਅਤੇ ਮੇਰਾ ਦਾਸ ਦਾਊਦ ਉਹਨਾਂ ਉੱਤੇ ਪਾਤਸ਼ਾਹ ਹੋਵੇਗਾ 그들에게 ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ। 이미 에스겔 ਨਬੀ ਹਿਜਕੀਲ ਨੇ ਇਹ ਰਾਜਾ ਦਾਊਦ ਦੀ ਮੌਤ ਦੇ ਲੰਬੇ ਸਮੇਂ ਦੇ ਬਾਅਦ ਰਿਕਾਰਡ ਕੀਤਾ, 지난 이후에 이런 기록을 하게 된 것입니다. 내종 다윗 ਕਿਉਂਕਿ ਲਿਖਿਆ ਗਿਆ ਹੈ, 베리니에 하는 ਮੇਰਾ ਦਾਸ ਦਾਊਦ ਉਹਨਾਂ ਦਾ ਰਾਜਾ ਹੋਵੇਗਾ। 예언하고 있는 ਇਹ ਭਵਿੱਖ ਵਿੱਚ ਹੋਣ ਵਾਲੀ ਗੱਲਾਂ ਨੂੰ ਕਹਿ ਰਿਹਾ ਹੈ। 다윗은 이스라엘 ਇਸ ਲਈ ਦਾਊਦ ਜਿਸ ਦਾ ਇੱਥੇ ਜ਼ਿਕਰ ਕੀਤਾ ਗਿਆ ਸ਼ਾਰੀਰਿਕ ਰਾਜਾ ਦਾਊਦ ਨਹੀਂ, ਜੋ ਇਜ਼ਰਾਈਲ ਦਾ ਦੂਸਰਾ ਰਾਜਾ ਸੀ, ਪਰ ਮਸੀਹ ਨੂੰ ਦਰਸਾਉਂਦਾ ਹੈ। 다시 보시면 내 ਅਤੇ ਮੇਰਾ ਦਾਸ ਦਾਊਦ ਉਹਨਾਂ ਉੱਤੇ ਪਾਤਸ਼ਾਹ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ ਅਤੇ ਉਹ 규례를 준행하고 ਮੇਰੇ ਹੁਕਮਾਂ ਵਿੱਚ ਚੱਲਣਗੇ 어떻게 한다? ਅਤੇ ਮੇਰੀ ਵਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ। ਪਸਾ ਗਾਇਬ ਹੋ ਗਿਆ 잊어버리고 ਅਤੇ ਸਬਤ ਦਾ ਦਿਨ ਗਾਇਬ ਹੋ ਗਿਆ। 새 언약의 진리가 ਨਵੇਂ ਨੇਮ ਦਾ ਸੱਚ ਅਤੇ ਪਰਬ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਏ। 하나님을 믿는 ਹਾਲਾਂਕਿ ਜੋ ਲੋਕ ਪਰਮੇਸ਼ਵਰ ਤੇ ਨੇਚਾ ਕਰਦੇ ਹਨ ਉਹ ਪਰਮੇਸ਼ਵਰ ਦੇ ਨਿਯਮਾਂ ਤੇ ਵਿਧੀਆਂ ਦਾ ਪਾਲਨ ਕਰਨਗੇ। 다 없어져 버린 ਦਾਊਦ ਦੇ ਪ੍ਰਗਟ ਹੁੰਦੇ ਹੀ ਨਵੇਂ ਨੇਮ ਦੇ ਸਾਰੇ ਨਿਯਮ, ਵਿਧੀਆਂ ਅਤੇ ਵਿਵਸਥਾ ਦਾ ਕੀ ਹੋਵੇਗਾ ਜੋ ਇੱਕ ਵਾਰ ਗਾਇਬ ਹੋ ਗਏ ਸੀ, ਉਹ ਸਾਰੇ ਦੁਬਾਰਾ ਸਥਾਪਿਤ ਹੋਣਗੇ। ਇਸ ਲਈ ਲਿਖਿਆ ਹੈ ਕਿ ਅੰਤ ਦੇ ਦਿਨਾਂ ਵਿੱਚ ਉਹ ਸਾਨੂੰ ਆਪਣੇ ਰਾਹ ਸਿਖਾਉਣਗੇ। ਉਹ ਨਿਯਮ ਅਤੇ ਵਿਧੀਆਂ ਨੂੰ ਮਨਾਉਣ ਵਿੱਚ ਕਾਬਿਲ ਹਨ ਕਿਉਂਕਿ ਉਹਨਾਂ ਨੇ ਉਹਨਾਂ ਦੀ ਸਿੱਖਿਆਵਾਂ ਨੂੰ ਪ੍ਰਾਪਤ ਕੀਤਾ ਹੈ ਨਾ? ਵਚਨ 25, ਉਹ ਉਸ ਦੇਸ਼ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਓ ਦਾਦੇ ਵਸਦੇ ਹਨ, ਵਸਣਗੇ। ਉਹ ਅਤੇ ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੀਕਰ ਉਸ ਵਿੱਚ ਸਦਾ ਲਈ ਵਸਣਗੇ। ਅਤੇ ਮੇਰਾ ਦਾਸ ਦਾਊਦ ਕੀ ਹੋਵੇਗਾ? ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ 영원한 언약이 ਅਤੇ ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨਾਂਗਾ। ਕਿਹੜਾ ਨੇਮ ਸਦਾ ਦਾ ਨੇਮ ਹੈ? ਨਵਾਂ ਨੇਮ। 언약을 하나님께서 ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਨਵਾਂ ਨੇਮ ਬੰਨਣਗੇ 또 그 ਅਤੇ ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ ਅਤੇ ਉਹਨਾਂ ਦੇ ਵਿਚਾਰ ਆਪਣੇ ਪਵਿੱਤਰ ਅਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ। ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। 그들의 하나님 ਤੁਸੀਂ ਇਹਨਾਂ ਵਚਨਾਂ ਨੂੰ ਕਿਤੇ ਪਾ ਸਕਦੇ ਹੋ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਤੇ ਉਹ ਮੇਰੀ ਪ੍ਰਜਾ ਹੋਣਗੇ। ਕਿ ਉਹ ਜਰਮਾਇਆ 31:31 ਤੋਂ ਨਹੀਂ ਹੈ ਜਿੱਥੇ ਪਰਮੇਸ਼ਵਰ ਨੇ ਨਵੇਂ ਨੇਮ ਦੇ ਬਾਰੇ ਗੱਲ ਕੀਤੀ ਸੀ?
28절 ਵਚਨ 28 내 성소가 ਅਤੇ ਮੇਰਾ ਪਵਿੱਤਰ ਅਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ। 이스라엘 ਤਾਂ ਕੌਮਾਂ ਜਾਣਗੀਆਂ ਕਿ ਮੈਂ ਯਹੋਵਾ ਹਾਂ ਜਿਹੜਾ ਇਜ਼ਰਾਈਲ ਨੂੰ ਪਵਿੱਤਰ ਕਰਦਾ ਹਾਂ। 다윗이 ਜਦੋਂ ਦਾਊਦ ਉਹਨਾਂ ਦਾ ਰਾਜਾ ਬਣੇਗਾ 일이 벌어지게 ਤਾਂ 되면 ਪਰਮੇਸ਼ਵਰ ਦੇ ਲੋਕ ਜੋ ਦਾਊਦ ਦੀ ਸੇਵਾ ਕਰਨਗੇ ਉਹ ਪਰਮੇਸ਼ਵਰ ਦੇ ਨਿਯਮਾਂ ਅਤੇ ਵਿਧੀਆਂ ਨੂੰ ਮੰਨਣ ਵਿੱਚ ਸਮਰਥੀ ਹੋਣਗੇ। 하나님의 율례를 준행하고 규례를 지켜 행할 수 있는 ਦਾਊਦ ਦੀ ਰਾਜਗੱਦੀ ਦੀ ਭਵਿੱਖਬਾਣੀ ਦੇ ਅਨੁਸਾਰ ਉਹ ਜੋ 1918 ਵਿੱਚ ਧਰਤੀ ਉੱਤੇ ਆਏ, 1918년도에 ਜਿਨ੍ਹਾਂ ਦਾ 1948 ਵਿੱਚ ਨਾਕਸਮ ਇੰਚਨ ਵਿੱਚ 30 ਸਾਲ ਦੀ ਉਮਰ ਵਿੱਚ ਬਪਤਿਸਮਾ ਹੋਇਆ 침례를 ਅਤੇ ਜੋ 37 ਸਾਲ ਲਈ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਬਾਅਦ ਸਵਰਗ ਵਿੱਚ ਚਲੇ ਗਏ, ਉਹ ਸਾਡੇ ਸਵਰਗੀ ਪਿਤਾ ਮਸੀਹ ਅਨਸੌਂਗ ਜੀ ਹਨ। 이 땅 ਪਵਿੱਤਰ ਆਤਮਾ ਪਰਮੇਸ਼ਵਰ ਨੇ ਪਰਮੇਸ਼ਵਰ ਦੀਆਂ ਸਾਰੀਆਂ ਵਿਵਸਥਾਵਾਂ, ਨਿਯਮਾਂ ਅਤੇ ਵਿਧੀਆਂ ਨੂੰ ਪੂਰੀ ਤਰ੍ਹਾਂ ਸਥਾਪਿਤ ਕੀਤਾ, ਜਿਨ੍ਹਾਂ ਨੂੰ ਮਿਟਾ ਦਿੱਤਾ ਗਿਆ ਅਤੇ ਰੋਂਦਿਆ ਗਿਆ ਸੀ, ਅਤੇ ਇੱਕ ਵਾਰ ਦੁਬਾਰਾ ਜੀਵਨ ਦੇ ਰਾਜ ਵੱਲ ਮਨੁੱਖ ਜਾਤੀ ਦੀ ਅਗਵਾਈ ਕਰਦੇ ਹੋਏ ਨਵੇਂ ਨੇਮ ਦੇ ਪਸਾ ਦੀ ਵਿਵਸਥਾ ਦੀ ਘੋਸ਼ਣਾ ਕੀਤੀ। ਉਹ ਸਾਡੇ ਸਵਰਗੀ ਪਿਤਾ ਮਸੀਹ ਅਨਸੌਂਗ ਜੀ ਹਨ। ਉਹ ਸਾਡੇ ਪਰਮੇਸ਼ਵਰ ਹਨ ਜਿਨ੍ਹਾਂ ਦੀ ਬਾਈਬਲ ਵਿੱਚ ਗਵਾਹੀ ਦਿੱਤੀ ਗਈ ਹੈ ਅਤੇ ਜੋ ਇਸ ਸੰਸਾਰ ਵਿੱਚ ਖੁਸ਼ਖਬਰੀ ਦੇ ਰਾਹ ਉੱਤੇ ਚੱਲੇ। ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਅਸੀਂ ਹੋਰ ਜ਼ਿਆਦਾ ਮਜ਼ਬੂਤੀ ਨਾਲ ਪਰਮੇਸ਼ਵਰ ਉੱਤੇ ਜੋ ਸਾਡੀ ਚੱਟਾਨ ਹਨ ਆਪਣੇ ਵਿਸ਼ਵਾਸ ਦੇ ਘਰ ਨੂੰ ਬਣਾਵਾਂਗੇ, ਤਾਂ ਜੋ ਅਸੀਂ ਸਾਰੇ ਸਿਯੋਨ ਦੀਆਂ ਸੰਤਾਨਾਂ ਦੇ ਰੂਪ ਵਿੱਚ ਆਨੰਦ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਜੋ ਨੇੜੇ ਹੈ ਪ੍ਰਵੇਸ਼ ਕਰ ਸਕੀਏ। ਇਸ ਦੇ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।